ਕਿਸੇ ਨਾ ਇਲਾਕੇ ਦੇ ਵਿੱਚ ਨਾ ਚਾਰ ਦੋਸਤ ਹੁੰਦੇ ਨੇ, ਸਲਾਹ ਕਰਦੇ ਨੇ ਆਪਸ ਵਿੱਚ ਕਿ ਯਾਰ ਨਾ ਆਪਾਂ ਕੋਈ ਕਾਰੋਬਾਰ ਕਰੀਏ ਭਾਈਵਾਲੀ ਤੇ। ਇੱਕ ਵਿੱਚੋਂ ਕਹਿੰਦਾ ਕਿ ਯਾਰ ਨਾ ਆਪਾਂ ਰੂਹੀ ਦਾ ਕਾਰੋਬਾਰ ਕਰੀਏ, ਰੂਹ ਖਰੀਦੀਏ ਕਰੀਏ ਪਿੰਡਾਂ ਵਿੱਚੋਂ ਜਾ ਕੇ। ਉਹ ਕਹਿੰਦਾ ਠੀਕ ਹੈ। ਲੋ ਜੀ, ਉਹਨਾਂ ਨੇ ਨਾ ਇੱਕ ਗੋਦਾਮ ਲੈ ਲਿਆ ਕਿਰਾਏ ਤੇ, ਲੈ ਕੇ ਨਾ ਰੂਹ ਖਰੀਦਣੀ ਸ਼ੁਰੂ ਕਰਤੀ। ਖਰੀਦ ਕੇ ਨਾ ਉਸ ਗੋਦਾਮ ਦੇ ਵਿੱਚ ਨਾ ਵਾਵਾ ਜਮ੍ਹਾਂ ਕਰ ਲਈ। ਅਕਸਰ ਗੋਦਾਮਾਂ ਵਿੱਚ ਹੁੰਦੇ ਨੇ ਚੂਹੇ ਨਾਲ ਨੁਕਸਾਨ ਕਰਨਾ ਸ਼ੁਰੂ ਕਰ ਦਿੱਤਾ ਚੂਹਿਆਂ ਨੇ। ਉਹਨਾਂ ਨੇ ਆਪਸ ਵਿੱਚ ਸਲਾਹ ਕੀਤੀ ਕਿ ਯਾਰ ਨਾ ਆਪਾਂ ਕੋਈ ਬਿੱਲੀ ਲਿਆ ਦਈਏ, ਬਿੱਲੀ ਲੈ ਕੇ ਆਈਏ ਜਿਹੜਾ ਨਾ ਆਪਣਾ ਨੁਕਸਾਨ ਹੈ ਨਾ ਉਹਦੇ ਤੋਂ ਬਚਤ ਹੋਵੇ। ਉਹਨਾਂ ਨੇ ਨਾ ਚੋਣ 1-1000 ਰੁਪਇਆ ਪਾ ਕੇ ਨਾ ਬਿੱਲੀ ਲੈ ਆਂਦੀ ਤੇ ਨਾਲ ਉਹਨਾਂ ਸ਼ਰਤ ਇਹ ਰੱਖ ਲਈ ਕਿ ਜਿਹੜੀਆਂ ਬਿੱਲੀ ਦੀਆਂ 4 ਲੱਤਾਂ ਨੇ, 4 ਲੱਤਾਂ ਨੂੰ ਆਪਦੀ ਨਿਸ਼ਾਨੀ ਲਾ ਲਓ ਚਾਰੇ ਬੰਦੇ, ਕਿ ਜਿਸ ਲੱਤ ਨੂੰ ਕੋਈ ਨੁਕਸਾਨ ਹੋਵੇਗਾ ਉਹ ਉਹਦਾ ਜ਼ਿੰਮੇਵਾਰ ਹੋਵੇਗਾ, ਉਹ ਖੁਦ ਉਹਦਾ ਇਲਾਜ ਕਰਵਾਵੇਗਾ, ਦੂਸਰਾ ਬੰਦਾ ਉਹਦੇ ਪੈਸੇ ਨਹੀਂ ਭਰੇਗਾ। ਉਹਨੇ ਕਿਹਾ ਠੀਕ ਹੈ ਜੀ। ਇੱਕ ਨੇ ਕਿਸੇ ਨੇ ਕੋਈ ਰੰਗ ਲਾ ਲਿਆ, ਕਿਸੇ ਨੇ ਕੋਈ ਟਾਕੀ ਬੰਨ ਲਈ, ਕਿਸੇ ਨੇ ਯਾਨੀ ਨਾ ਨਿਸ਼ਾਨੀਆਂ ਲੱਗ ਗਈਆਂ 4 ਲੱਤਾਂ ਨੂੰ ਬਿੱਲੀ ਦੀਆਂ 4 ਲੱਤਾਂ ਨੂੰ। ਜਿਸ ਨੇ ਨਿਸ਼ਾਨੀ ਲੱਗ ਗਈ ਨਾ ਤੇ ਉਹ ਚਲੇਗਾ ਕਿਤੇ ਕੰਮ ਰੂਹ ਖਰੀਦਣ ਵਾਸਤੇ। ਬਿੱਲੀ ਨਾ ਕਿਤੇ ਰੋਸ਼ਨਦਾਨ ਹੈਗਾ ਸੀ ਗੋਦਾਮ ਦਾ, ਉਹਦੇ ਵਿੱਚੋਂ ਬਾਹਰ ਨਿਕਲ ਕੇ ਨਾ ਤੇ ਕਿਸੇ ਦੇ ਘਰ ਗਈ ਤੇ ਉਹ ਨਾ ਮਾਈ ਸੀ ਕੋਈ, ਤੇ ਉਹਨੇ ਨਾ ਕੋਈ ਮਾਰੀ ਚੀਜ਼ ਤੇ ਬਿੱਲੀ ਦੇ ਨਾਲ ਇੱਕ ਲੱਤ ਜਿਹੜੀ ਹੈ ਨਾ ਉਹ ਟੁੱਟ ਗਈ। ਬਿੱਲੀ ਜਿਸਲੇ ਅੰਦਰ ਆ ਗਈ ਤੇ ਉਹ ਵੀ ਕੋਈ ਰੂਹ ਖਰੀਦ ਕੇ ਤੇ ਆਏ ਜਿਸਲੇ, ਤੇ ਬਿੱਲੀ ਵੇਖਿਆ ਤੇ ਬਿੱਲੀ ਲੰਗਾਉਂਦੀ ਪਈ ਇੱਕ ਲੱਤ ਤਾਂ ਚੁੱਕੀ ਹੋਈ। ਉਹਨੇ ਕਿਹਾ ਵੀ ਫਲਾਣਿਆ ਤੇਰੀ ਲੱਤ ਜਿਹੜੀ ਹੈ ਨਾ ਇਹ ਟੁੱਟ ਗਈ ਹੈ, ਇਹਨੂੰ ਨਾ ਗੰਢਾ, ਯਾਨੀ ਇਹਨੂੰ ਸੈੱਟ ਕਰਵਾ, ਇਹਦਾ ਇਲਾਜ ਕਰਵਾ ਬਿੱਲੀ ਦਾ, ਇਹ ਤੇਰੇ ਖਾਤੇ ਹੈ, ਅਸੀਂ ਪੈਸੇ ਨਹੀਂ ਦੇਣੇ। ਉਹ ਵਿਚਾਰਾ ਨਾ ਬਿੱਲੀ ਚੁੱਕੀ, ਉਹਨੇ ਚੁੱਕ ਕੇ ਨਾ ਤੇ ਕਿਤੇ ਲੈ ਗਿਆ ਤੇ ਜਾ ਕੇ ਨਾ ਉਹਨੇ ਕੋਈ ਪੱਟੀ ਪੁੱਟੀ ਕਰਵਾਈ। ਤੇ ਜਿਹੜਾ ਪੱਟੀ ਕਰਨ ਵਾਲਾ ਸੀ ਨਾ ਉਹਨੇ ਕੋਈ ਪੱਟੀ ਨਾ ਵਾਵਾ ਵਾਲ ਦਿੱਤੀ ਉੱਤੇ। ਉਹ ਬਿੱਲੀ ਕੋ 2 ਦਿਨ ਲੱਗੀ ਫਿਰੀ ਤੇ ਪੱਟੀ ਜਿਹੜੀ ਨਾ ਢਿੱਲੀ ਹੋ ਗਈ ਤੇ ਪੱਟੀ ਨਾ ਪੈਰਾਂ 'ਚ ਲਮਕਣ ਲੱਗ ਪਈ ਬਿੱਲੀ ਦੇ। ਹੁਣ ਉਹ ਚਲੇ ਗਿਆ ਉਧਰ ਤੇ ਬਿੱਲੀ ਜਿਹੜੀ ਸੀ ਨਾ ਉਹ ਕਿਤੇ ਗੋਦਾਮ 'ਚੋਂ ਬਾਹਰ ਨਿਕਲੀ ਤੇ ਨਿਕਲ ਕੇ ਨਾ ਕਿਸੇ ਦੇ ਘਰ ਗਈ ਤੇ ਉੱਥੇ ਨਾ ਕੋਈ ਕੋਲੇ ਪਿਆ ਸੀ। ਉਹ ਟਾਕੀ ਜਿਹੜੀ ਸੀ ਨਾ ਉਹ ਅੱਗ ਦੇ ਉੱਤੇ ਲੱਗੀ, ਉਹ ਧੁਖਣ ਲੱਗ ਪਈ। ਜਿਸਲੇ ਉਹ ਬਿੱਲੀ ਉਵੇਂ ਹੀ ਅੰਦਰ ਆ ਗਈ ਗੋਦਾਮ ਦੇ ਵਿੱਚ, ਜਿਸਲੇ ਰੂਹ ਦੇ ਉੱਤੇ ਬੈਠੀ ਨਾ ਤੇ ਉਹਦੇ ਤੇ ਨਾ ਧੁਖਣੀ ਸ਼ੁਰੂ ਕਰਤੀ, ਯਾਨੀ ਨਾ ਰੂਹ ਨੂੰ ਅੱਗ ਲੱਗਣੀ ਸ਼ੁਰੂ ਹੋ ਗਈ। ਥੋੜਾ ਜਿਹਾ ਟਾਈਮ ਗੁਜ਼ਰਿਆ ਤਾਂ ਰੂਹ ਜਿਹੜੀ ਨਾ ਮੁਕੰਮਲ ਸੜ ਗਈ, ਯਾਨੀ ਨਾ ਧੁੱਖ ਕੇ ਨਾ ਅੱਗ ਲੱਗ ਗਈ, ਗੋਦਾਮ ਪੂਰਾ ਸੜ ਗਿਆ ਉਸ ਬਿੱਲੀ ਦੀ ਵਜ੍ਹਾ ਤੋਂ। ਜਿਸਲੇ ਉਹ ਬੰਦੇ ਆਏ ਨਾ 4 ਜਣੇ ਤੇ ਉਹਨਾਂ ਵੇਖਿਆ ਵੀ ਗੋਦਾਮ ਸਾਰਾ ਸੜਿਆ ਪਿਆ। ਬੜੇ ਪਰੇਸ਼ਾਨ ਹੋ ਗਿਆ ਵੀ ਯਾਰ ਸਾਰੀ ਜਮ੍ਹਾਂ ਪੂੰਜੀ ਇਕੱਠੀ ਕਰਕੇ ਤੇ ਆਪਾਂ ਇੱਕ ਕਾਰੋਬਾਰ ਕੀਤਾ ਹੈ ਤੇ ਇਹਦਾ ਨੁਕਸਾਨ ਹੋ ਗਿਆ। ਜਿਸ ਉਹਨਾਂ ਨੇ ਵੇਖਿਆ ਨਾ ਕਿ ਬਿੱਲੀ ਦੀ ਜਿਹੜੀ ਲੱਤ ਹੈ ਨਾ ਉਹਦੇ ਨਾਲ ਰੱਸੀ ਲਮਕਦੀ ਵੀ ਤੇ ਉਹਦੇ ਨਾਲ ਨਾ ਮਤਲਬ ਨਾ ਸੜੀ ਹੋਈ ਏ, ਤੇ ਉਹਨਾਂ ਕਿਹਾ ਵੀ ਇਹ ਬਿੱਲੀ ਦੀ ਵਜ੍ਹਾ ਤੋਂ ਨਾ ਇਹ ਸਾਰਾ ਨੁਕਸਾਨ ਹੋਇਆ ਹੈ ਤੇ ਇਹ ਲੱਤ ਜਿਹੜੀ ਹੈ ਨਾ ਇਹ ਫਲਾਣੇ ਬੰਦੇ ਦੀ ਏ ਤੇ ਉਹਦੀ ਵਜ੍ਹਾ ਤੋਂ ਨੁਕਸਾਨ ਹੋਇਆ, ਸਾਰਾ ਹਰਜਾਨਾ ਉਹ ਭਰੇ, ਯਾਨੀ ਸਾਰਾ ਨੁਕਸਾਨ ਉਹ ਬੰਦਾ ਭਰੇ। ਉਹ ਵਿਚਾਰਾ ਬੜਾ ਪਰੇਸ਼ਾਨ ਹੋ ਗਿਆ। ਉਹਨੇ ਕਿਹਾ ਵੀ ਯਾਰ ਮੈਂ ਕਿਸ ਤਰੀਕੇ ਨਾਲ ਭਰਾਂ, ਮੈਂ ਤਾਂ ਜਿਹੜਾ ਕੋਈ ਹੈ ਸੀ 4 ਆਨੇ ਮੈਂ ਇਕੱਠੇ ਕਰਕੇ ਤੁਹਾਡੇ 'ਚ ਕਾਰੋਬਾਰ 'ਚ ਪਾਤੇ ਨੇ ਤੇ ਮੈਂ ਕਿੱਥੋਂ ਭਰਾਂ। ਉਹਨਾਂ ਕਿਹਾ ਨਹੀਂ ਜੀ ਇਹ ਤੇਰੀ ਲੱਤ ਦੀ ਵਜ੍ਹਾ ਤੋਂ ਹੋਇਆ ਹੈ, ਯਾਨੀ ਲੱਤ ਨਾ ਟੁੱਟਦੀ ਤੇ ਇਹ ਨੁਕਸਾਨ ਨਹੀਂ ਸੀ ਹੋਣਾ। ਉਹ ਵਿਚਾਰਾ ਨਾ ਪਿੰਡ ਦੇ ਲੰਬੜਦਾਰ ਕੋਲ ਚਲਾ ਗਿਆ, ਉਹਨੂੰ ਜਾ ਕੇ ਕਹਿੰਦਾ ਕਿ ਯਾਰ ਇਸ ਤਰ੍ਹਾਂ ਨਾ ਇਹ ਮਸਲਾ ਹੋਇਆ ਸੀ। ਉਹਨਾਂ ਕਿਹਾ ਜੀ ਅਗਰ ਤੇ ਤੁਸੀਂ ਨਿਸ਼ਾਨੀਆਂ ਲਾਈਆਂ ਸੀ ਲੱਤਾਂ ਨੂੰ ਤੇ ਫਿਰ ਨੁਕਸਾਨ ਜਿਹੜਾ ਨਾ ਤੂੰ ਹੀ ਭਰੇਗਾ। ਉਹ ਵਿਚਾਰਾ ਫਿਰ ਆ ਗਿਆ ਪਿੱਛੋਂ ਹੋ ਕੇ। ਰਾਹ 'ਚ ਨਾ ਕੋਈ ਬੰਦਾ ਲਗਾ ਹੋਵੇ ਸਮਝਦਾਰ ਅਕਲਮੰਦ ਦਨਾ, ਉਹਨੇ ਕਿਹਾ ਵੀ ਬੇਲੀਆ ਕਿਉਂ ਪਰੇਸ਼ਾਨ ਹੈ, ਕੀ ਗੱਲ ਹੈ। ਉਹਨੇ ਸਾਰੀ ਕਹਾਣੀ ਸੁਣਾਈ ਵੀ ਯਾਰ ਅਸੀਂ ਇਸ ਤਰ੍ਹਾਂ ਨਾਲ ਕਾਰੋਬਾਰ ਕੀਤਾ ਸੀ ਤੇ ਇੱਕ ਬਿੱਲੀ ਲਿਆਂਦੀ ਤੇ ਉਹਦੀ ਵਜ੍ਹਾ ਤੋਂ ਨਾ ਮੁਕੰਮਲ ਗੋਦਾਮ ਸੜ ਗਿਆ ਤੇ ਬੇਲੀ ਜਿਹੜੇ ਨੇ ਨਾ ਮੇਰੇ ਤੇ ਪਾਉਂਦੇ ਪੈਣੇ ਵੀ ਨੁਕਸਾਨ ਤੇਰੀ ਵਜ੍ਹਾ ਤੋਂ ਹੋਇਆ। ਉਹਨੇ ਕਿਹਾ ਤਾਰੀ ਪਰੇ ਕਿੱਥੇ ਹੈਗੀ ਹੈ, ਪਰੇ ਪੰਚਾਇਤ ਜਿਰਗਾ ਜਿਹਨੂੰ ਕਹਿੰਦੇ ਨੇ, ਉਹ ਕਿੱਥੇ ਹੈਗਾ, ਮੈਨੂੰ ਲੈ ਚੱਲ ਤੇ ਮੈਂ ਜਾ ਕੇ ਤੇਰਾ ਫੈਸਲਾ ਕਰਨਾ। ਸਮਝਦਾਰ ਬੰਦਾ ਸੀ ਨਾ, ਜਿਸ ਵੇਲੇ ਉਹਨੂੰ ਲੈ ਗਿਆ ਤੇ ਜਾ ਕੇ ਨਾ ਗੱਲਬਾਤ ਹੋਣੀ ਸ਼ੁਰੂ ਹੋ ਗਈ। ਉਹ ਪਰੇ ਜਿੰਨੀ ਵੀ ਸੀ ਨਾ ਸਾਰੀ ਨਾ ਉਸ ਬੰਦੇ ਤੇ ਪਾ ਰਹੀ ਸੀ ਕਿ ਨੁਕਸਾਨ ਇਹਦੀ ਵਜ੍ਹਾ ਤੋਂ ਹੋਇਆ, ਇਹਦੀ ਲੱਤ ਜਿਹੜੀ ਟੁੱਟੀ ਹੈ ਉਹਦੇ ਨਾਲ ਟਾਕੀ ਸੀ, ਟਾਕੀ ਦੇ ਵਿੱਚ ਤੋਂ ਅੱਗ ਲੱਗੀ ਤੇ ਗੋਦਾਮ ਪੂਰਾ ਸੜਿਆ, ਲਿਹਾਜ਼ਾ ਇਹ ਨੁਕਸਾਨ ਇਹ ਬੰਦਾ ਭਰੇ। ਉਹ ਜਿਹੜਾ ਬੰਦਾ ਸੀ ਨਾ ਉਹ ਐਂਡ ਤੇ ਬੋਲਿਆ। ਉਹਨੇ ਕਿਹਾ ਗੱਲ ਸੁਣੋ ਮੇਰੀ। ਉਹਨੇ ਕਿਹਾ ਜਿਹੜੇ ਗੱਲ ਦਾ ਪੁਆਇੰਟ ਹੈ ਨਾ ਹੁਣ ਆਇਆ ਜੇ ਸਮਝ ਗੱਲ ਦੀ ਹੁਣ ਲੱਗੇਗੀ, ਯਾਨੀ ਗੱਲ ਕਿਸ ਮਕਸਦ ਵਾਸਤੇ ਕੀਤੀ ਗਈ ਹੈ ਤੇ ਤੁਸੀਂ ਦੱਸਣਾ ਜ਼ਰੂਰ ਹੈ ਕਮੈਂਟ ਦੇ ਵਿੱਚ। ਅਗਰ ਤੁਹਾਨੂੰ ਗੱਲ ਦੀ ਸਮਝ ਆਈ ਹੈ ਤੇ ਦੱਸਣਾ ਜ਼ਰੂਰ ਜੇ ਕਿ ਗੱਲ ਕਿਸ ਮਕਸਦ ਵਾਸਤੇ ਕੀਤੀ ਗਈ ਹੈ। ਮੈਂ ਇਹਦਾ ਨਤੀਜਾ ਨਹੀਂ ਦੱਸਣਾ, ਨਤੀਜਾ ਤੁਸੀਂ ਦੱਸਣਾ ਹੈ ਕਮੈਂਟ ਦੇ ਵਿੱਚ, ਕਿ ਲਾਜ਼ਮੀ ਦੱਸਣਾ ਕਿ ਇਹ ਕਿਸ ਮਕਸਦ ਵਾਸਤੇ ਕੀਤੀ ਗਈ, ਇਹਦਾ ਮਕਸਦ ਕੀ ਗੱਲ ਦਾ। ਲੋ ਜੀ ਉਹਨੇ ਨਾ ਗੱਲ ਕੀਤੀ। ਉਹਨੇ ਕਿਹਾ ਗੱਲ ਸੁਣੋ ਬੇਲੀਓ, ਮੈਂ ਮੰਨਣਾ ਇਸ ਲੱਤ ਦੀ ਵਜ੍ਹਾ ਤੋਂ ਨੁਕਸਾਨ ਹੋਇਆ। ਇੱਕ ਜੋ ਬੰਦਾ ਬਿਮਾਰ ਹੈ ਉਹਦੀ ਲੱਤ ਟੁੱਟੀ ਹੋਈ ਹੈ, ਜੇ ਇੱਕ ਬੰਦਾ ਮਤਲਬ ਨਾ ਕਾਫੀ ਬਿਮਾਰ ਹੈ, ਉਹ ਚੱਲ ਨਹੀਂ ਸਕਦਾ, ਉਹ ਕਿਸ ਤਰੀਕੇ ਨਾਲ ਜਾਵੇ ਦੂਸਰੇ ਦੇ ਘਰ ਤੇ ਜਾ ਕੇ ਅੱਗ ਲੈ ਕੇ ਆ ਜਾਵੇ।
ਉਹ ਬੰਦੇ ਸਾਰੇ ਚੁੱਪ ਕਰ ਗਏ। ਉਹਨਾਂ ਕਿਹਾ ਵੀ ਗੱਲ ਤਾਂ ਪੁਆਇੰਟ ਤੇ ਆ ਗਈ ਹੈ। ਉਹਨੇ ਕਿਹਾ ਉਹ ਲੱਤ ਟੁੱਟੀ ਹੋਈ ਹੈ, ਉਹ ਚੱਲ ਨਹੀਂ ਸਕਦੀ, ਇਹਲੇ ਜਾਣ ਵਾਲੀਆਂ ਦੂਸਰੀਆਂ 3 ਲੱਤਾਂ ਨੇ। ਲੋ ਜੀ ਨਾ, ਉਹਦਾ ਜਿਹੜਾ ਨੁਕਸਾਨ ਸੀ ਨਾ ਉਹਦੇ ਤੋਂ ਬਰੀ ਹੋ ਗਿਆ। ਉਹ 3 ਜਣਿਆਂ ਨੇ ਨੁਕਸਾਨ ਭਰਿਆ। ਉਹਨਾਂ ਕਿਹਾ ਵੀ ਇਹ ਲੱਤ ਜਿਹੜੀ ਹੈ ਇਹ ਤਾਂ ਲੱਗ ਜ਼ਮੀਨ ਤੇ ਲੱਗ ਹੀ ਨਹੀਂ ਸਕਦੀ ਤੇ ਇਹ ਜਾ ਹੀ ਨਹੀਂ ਸਕਦੀ, ਇਹ ਲਿਜਾਣ ਵਾਲੀਆਂ ਦੂਸਰੀਆਂ 3 ਲੱਤਾਂ ਨੇ। ਉਹ ਵਿਚਾਰਾ ਬਰੀ ਹੋ ਗਿਆ ਤੇ ਉਹਦੀ ਜਾਨ ਛੁੱਟ ਗਈ। ਦੂਸਰਿਆਂ 3 ਨੂੰ ਨੁਕਸਾਨ ਭਰਨਾ ਪੈ ਗਿਆ। ਤੇ ਬਾਕੀ ਅਗਰ ਤੁਹਾਨੂੰ ਗੱਲ ਦਾ ਮਜ਼ਾ ਆਇਆ, ਗੱਲ ਦੀ ਸਮਝ ਆਈ ਹੈ ਤੇ ਕਮੈਂਟ 'ਚ ਦੱਸਣਾ ਲਾਜ਼ਮੀ ਜੇ। ਲਾਈਕ ਕਮੈਂਟ ਸ਼ੇਅਰ ਲਾਜ਼ਮੀ ਕਰਿਆ ਜੇ। ਬਾਕੀ ਲਵ ਯੂ ਹੋ ਗਿਆ।